बहुत ही प्यारे बच्चों, ਅੱਜ मैं ਤੁਹਾਨੂੰ मैथ ਦਾ अगला टॉपिक सिखावांगी जो कि असाइनमेंट 169 क्लास 9वीं ਦੇ ਬੱਚਿਆਂ ਲਈ ਹੈ। ਬੱਚਿਓ ਤੁਸੀਂ ਜਾਣਦੇ ਹੋ ਕਿ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੈਥ ਟੀਮ ਦੁਆਰਾ ਇਹ ਅਸਾਈਨਮੈਂਟਸ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਤੁਹਾਡੀ ਸਹੂਲੀਅਤ ਵਾਸਤੇ ਇਹਨਾਂ ਦੇ ਉੱਪਰ ਇੱਕ ਵੀਡੀਓਜ਼ ਵੀ ਤੁਹਾਨੂੰ ਪ੍ਰੋਵਾਈਡ ਕਰਾਈ ਜਾ ਰਹੀ ਹੈ। ਹੁਣ ਅਸੀਂ ਅੱਜ 13.6 ਐਕਸਰਸਾਈਜ਼ ਤੇ ਪਹੁੰਚ ਚੁੱਕੇ ਹਾਂ। ਜਿਨ੍ਹਾਂ ਬੱਚਿਆਂ ਨੇ ਪਿਛਲੀਆਂ ਐਕਸਰਸਾਈਜ਼ ਨਹੀਂ ਕੀਤੀਆਂ ਹਨ, ਪਿਛਲੇ ਟੌਪਿਕ ਨਹੀਂ ਕੀਤੇ ਹਨ, ਉਹ ਵੀ ਇਹ ਟੌਪਿਕ ਸਮਝ ਸਕਦੇ ਹਨ। ਕਿਵੇਂ? ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਉਹਦੇ ਵਿੱਚ ਪਿਛਲੀਆਂ ਸਾਰੀਆਂ ਹੀ ਵੀਡੀਓਜ਼ ਹਨ। ਹਰ ਵੀਡੀਓਜ਼ ਨੂੰ ਟੌਪਿਕ ਵਾਈਜ਼ ਐਕਸਪਲੇਨ ਕੀਤਾ ਗਿਆ ਹੈ, ਜਿੱਥੋਂ ਤੁਸੀਂ ਆਪਣੇ ਪੁਰਾਣੇ ਟੌਪਿਕਸ ਜਿਹੜੇ ਮਿਸ ਹੋ ਚੁੱਕੇ ਹਨ ਉਹਨਾਂ ਨੂੰ ਦੇਖ ਸਕਦੇ ਹੋ। ਅੱਜ ਦਾ ਸਾਡਾ ਟੌਪਿਕ ਹੈ ਵੇਲਣ ਦਾ ਆਇਤਨ। ਅਸੀਂ ਲਾਸਟ ਟਾਈਮ ਕਣ ਤੇ ਕਣਾਵ ਦਾ ਆਇਤਨ ਬਾਰੇ ਸਿੱਖਿਆ ਸੀਗਾ। ਅੱਜ ਅਸੀਂ ਵੇਲਣ ਦੇ ਆਇਤਨ ਬਾਰੇ ਸਿੱਖਾਂਗੇ। ਤੁਸੀਂ ਜਾਣਦੇ ਹੋ ਕਿ ਵੇਲਣ ਇੱਕ ਠੋਸ 3D ਆਕ੍ਰਿਤੀ ਹੈ ਜਿਸ ਦੇ 3 ਭਾਗ ਹੁੰਦੇ ਹਨ। ਇਸ ਨੂੰ ਖੋਲ੍ਹਣ 'ਤੇ ਇਸ ਦੇ 3 ਭਾਗ ਹੋ ਜਾਂਦੇ ਹਨ। ਇਸ ਨੂੰ ਓਪਨ ਕਰਕੇ ਇਹ 3 ਭਾਗਾਂ ਵਿੱਚ ਬਦਲ ਜਾਂਦਾ ਹੈ। 2 ਇਸ ਦੇ ਚੱਕਰਾਕਾਰ ਭਾਗ ਅਤੇ ਇੱਕ ਇਸ ਦਾ ਆਇਤਾਕਾਰ ਭਾਗ। ਇਸ ਦਾ ਖੇਤਰਫਲ ਪਤਾ ਕਰਨ ਵਾਸਤੇ ਅਸੀਂ ਸਾਰੇ ਹੀ ਭਾਗਾਂ ਦਾ ਖੇਤਰਫਲ ਪਤਾ ਕਰਕੇ ਉਹਨਾਂ ਨੂੰ ਐਡ ਕਰ ਲੈਂਦੇ ਸੀਗੇ। ਇਹ ਸੀਗਾ ਸਾਡੇ ਕੋਲ ਇਸ ਦੀ ਕੁੱਲ ਸਤ੍ਹਾ ਦਾ ਖੇਤਰਫਲ 2πr² ਪਲੱਸ h ਗੁਣਾ 2πr। ਇਹ 2πr² ਕਿਹੜਾ ਸੀਗਾ? ਇਹ ਦੋਨਾਂ ਚੱਕਰਾਂ ਨੂੰ ਮਿਲਾ ਕੇ ਬਣਿਆ ਹੋਇਆ ਖੇਤਰਫਲ। ਔਰ ਇਹ ਜਿਹੜਾ ਸੀਗਾ ਇਹ ਹੈਗਾ ਸਾਡੇ ਕੋਲ ਇਹ ਆਇਤਾਕਾਰ ਭਾਗ ਦਾ ਖੇਤਰਫਲ। ਇਹਨੂੰ ਥੋੜ੍ਹਾ ਜਿਹਾ ਸਿਸਟਮੈਟਿਕਲੀ ਲਿਖ ਲੈਂਦੇ ਹਾਂ ਤਾਂ ਕਿ ਤੁਹਾਨੂੰ ਰਿਵਾਈਜ਼ ਹੋ ਜਾਏ ਕਿ ਏਰੀਆ ਆਫ ਸਿਲੰਡਰ ਕਿਹਦੇ ਬਰਾਬਰ ਹੁੰਦਾ ਹੈ। ਦੋਨਾਂ ਟਰਮਸ ਦੇ ਵਿੱਚੋਂ 2πr ਕਾਮਨ ਕੱਢ ਲਿਆ। ਅੰਦਰ ਬ੍ਰੈਕਟ ਦੇ ਵਿੱਚ ਪਹਿਲੀ ਟਰਮ ਦੇ ਵਿੱਚ ਸਾਡੇ ਕੋਲ ਬਚਿਆ ਸੀਗਾ ਕੱਲਾ r, ਦੂਸਰੀ ਟਰਮ ਦੇ ਵਿੱਚ h। ਬੱਚਿਓ ਇਹ ਸੀਗਾ ਵੇਲਣ ਦੇ ਕੁੱਲ ਸਤ੍ਹਾ ਦਾ ਖੇਤਰਫਲ। ਆਓ ਹੁਣ ਅਸੀਂ ਵੇਲਣ ਦਾ ਆਇਤਨ ਪਤਾ ਕਰੀਏ। ਵੋਲਿਊਮ ਆਫ ਸਿਲੰਡਰ। ਇੱਕ ਅਸੀਂ ਸਿਲੰਡਰ ਉਸ ਦੇ ਦੁਆਰਾ ਘੇਰੀ ਹੋਈ ਜਗ੍ਹਾ ਦਾ ਮਾਪ ਪਤਾ ਕਰਨਾ ਹੈ। ਤੇ ਤੁਸੀਂ ਜਾਣਦੇ ਹੋ ਕਿ ਕਿਸੇ ਵੀ 3D ਆਬਜੈਕਟ ਨੇ ਇੱਕ ਆਧਾਰ ਵਾਲੀ ਸਾਈਡ ਤੋਂ, ਜਿੰਨਾ ਉਹਨੇ ਇਹ ਆਧਾਰ ਦੇਖੋ, ਆਧਾਰ ਵਾਲੀ ਸਾਈਡ ਤੋਂ ਜਿੰਨੀ ਜਗ੍ਹਾ ਘੇਰੀ ਹੋਈ ਹੈ, ਠੀਕ ਹੈ, ਉਹ ਅਸੀਂ ਪਤਾ ਕਰਦੇ ਹਾਂ। ਇਹ ਕਿਸ ਨੇ ਉਚਾਈ ਵਾਲੀ ਸਾਈਡ ਤੋਂ ਕਿੰਨੀ ਜਗ੍ਹਾ ਘੇਰੀ ਹੈ, ਇਹ ਕਿੰਨੀ ਉੱਚੀ ਹੈ। ਜਿੰਨੀ ਜ਼ਿਆਦਾ ਉੱਚੀ ਹੋਵੇਗੀ ਉਹਨੇ ਓਨੇ ਹੀ ਵੱਧ ਜਗ੍ਹਾ ਘੇਰੀ ਹੋਈ ਹੈ। ਜਿੰਨੀ ਇਹ ਉਚਾਈ ਇਹਦੀ ਘੱਟ ਹੋਵੇਗੀ ਉਹਨੇ ਓਨੀ ਹੀ ਜਗ੍ਹਾ ਘੱਟ ਘੇਰੀ ਹੋਈ ਹੈ। ਇਹਦਾ ਮਤਲਬ ਹੈ ਕਿ ਅਸੀਂ ਇਸ ਦੇ ਆਧਾਰ ਦਾ, ਇਸ ਵੇਲਣ ਦੇ ਆਧਾਰ ਦਾ ਖੇਤਰਫਲ ਪਤਾ ਕਰ ਲਾਂਗੇ ਤੇ ਉਚਾਈ ਪਤਾ ਕਰ ਲਾਂਗੇ। ਉਹ ਆ ਜਾਏਗਾ ਉਸ ਦਾ ਆਇਤਨ। ਹੁਣ ਵੇਲਣ ਦਾ ਜਿਹੜਾ ਆਧਾਰ ਹੈ ਉਹ ਕਿਹੋ ਜਿਹਾ ਹੈ? ਆ ਦੇਖੋ, ਆ ਵੇਲਣ ਹੈ, ਇਸ ਦਾ ਆਧਾਰ ਦੇਖੋ ਕਿਵੇਂ ਦਾ ਹੈ। ਹੇਠਾਂ ਤੋਂ ਵੀ ਇੱਕ ਚੱਕਰਾਕਾਰ ਹੈ, ਉੱਪਰੋਂ ਵਾਲੀ ਸਾਈਡ ਤੋਂ ਵੀ ਇੱਕ ਚੱਕਰਾਕਾਰ ਹੈ। ਦੇਖੋ ਇਹ ਕੀ ਹੈ? ਟੌਪ ਵਿਊ, ਇਹਦਾ ਬਾਟਮ ਵਿਊ ਹੈ। ਦੋਨੋਂ ਹੀ ਕੀ ਹਨ? ਚੱਕਰਾਕਾਰ। ਇਹਦਾ ਮਤਲਬ ਕਿ ਅਸੀਂ ਇਸ ਆਧਾਰ ਦੇ ਖੇਤਰਫਲ ਪਤਾ ਕਰਨਾ ਹੈ ਜੋ ਕਿ ਚੱਕਰਾਕਾਰ ਹੈ। ਇਸ ਦੇ ਆਧਾਰ ਦਾ ਖੇਤਰਫਲ ਆ ਗਿਆ πr² ਤੇ ਇਸ ਦੀ ਉਚਾਈ h ਮੰਨ ਲੈਂਦੇ ਹਾਂ। ਇਸ ਦੀ ਉਚਾਈ ਕਿੰਨੀ ਹੋ ਗਈ? h। ਤੇ ਹੁਣ ਬੱਚਿਓ ਇਹਦਾ ਵੋਲਿਊਮ ਆ ਜਾਏਗਾ। ਤੁਸੀਂ ਲਾਸਟ ਟਾਈਮ ਅਸਾਈਨਮੈਂਟ 'ਚ ਵੀ ਪੜ੍ਹਿਆ ਸੀਗਾ ਕਿਸੇ ਵੀ 3D ਆਬਜੈਕਟ ਦਾ ਵੋਲਿਊਮ ਹੁੰਦਾ ਏਰੀਆ ਆਫ ਬੇਸ ਮਲਟੀਪਲਾਈ ਬਾਈ ਇਟਸ ਹਾਈਟ। ਹੁਣ ਵੇਲਣ ਦਾ ਆਧਾਰ ਦਾ ਖੇਤਰਫਲ ਕਿੰਨਾ ਹੈ? πr² ਤੇ πr² ਗੁਣਾ h ਲਿਖ ਦਾਂਗੇ ਤੇ ਸਾਡੇ ਕੋਲ ਫਾਰਮੂਲਾ ਬਣ ਜਾਏਗਾ πr² h, ਜਿੱਥੇ r ਇਸ ਦੇ ਆਧਾਰ ਦਾ ਅਰਧ ਵਿਆਸ ਹੈ ਅਤੇ h ਇਸ ਵੇਲਣ ਦੀ ਉਚਾਈ ਹੈ। ਹੁਣ ਬੱਚਿਓ ਇਸ ਫਾਰਮੂਲੇ ਦੇ ਬੇਸ ਤੇ ਅਸੀਂ ਆਪਣੀ ਅਸਾਈਨਮੈਂਟ ਦੇ ਸਵਾਲ ਕਰਾਂਗੇ। ਪਹਿਲਾ ਸਵਾਲ ਹੈ, ਇੱਕ ਵੇਲਣਾਕਾਰ ਬਰਤਨ ਦੇ ਆਧਾਰ ਦਾ ਪਰਿਮਾਪ 132 ਸੈਂਟੀਮੀਟਰ ਹੈ ਅਤੇ ਉਸ ਦੀ ਉਚਾਈ 25 ਸੈਂਟੀਮੀਟਰ ਹੈ।
इस बर्तन विच किन्ने लीटर पानी आ सकता है। वेलणाकार बर्तन दिता है जिसका परिमाप 132 सेंटीमीटर अते ऊंचाई 25 सेंटीमीटर दी हुई है। असी पता करना है कि उस बर्तन विच किन्ने लीटर पानी आ सकता है, मतलब असी उसकी धारण समर्था पता करनी है, उसकी कैपेसिटी पता करनी है। तो उही तो बच्चों आयतन हुंदा है। किसी वस्तु की धारण समर्था ही तो उसका आयतन हुंदा है कि उसने कितनी जगह घेरी है, उस विच कितना पानी आ सकता है, वो हो जाएगा उसका आयतन। आयतन का फॉर्मूला तुसी जानते हो, वेलन के आयतन का फॉर्मूला पाई आर स्केयर एच। ऊंचाई तो सानू दिती हुई है 25 सेंटीमीटर, लेकिन बच्चों सानू आर की वैल्यू नहीं दिती हुई। आर की वैल्यू असी फाइंड आउट करांगे इस परिमाप तो, क्योंकि क्वेश्चन दे विच कुछ ना कुछ जरूर दिता होएगा जिथों असी आर की वैल्यू कड्डांगे। वो हैगा साडे कोल परिमाप। ठीक है, हुण असी कर लिया कि परिमाप जिहड़ा है वो हैगा 132 सेंटीमीटर। और असी जानते हाँ कि जिहड़ा वेलणाकार वस्तु हुंदी है, आ देखो वेलन की पिक्चर बना रही हाँ मैं, इहदा जिहड़ा आधार हुंदा है वो चक्राकार हुंदा है। ते आधार का परिमाप फिर किहदे बराबर आ गया, चक्कर दे परिमाप दे बराबर। ते चक्कर का परिमाप हुंदा है 2 पाई आर। इस करके असी फॉर्मूला इत्थे लगा लिया, आधार का परिमाप 2 पाई आर। लेकिन क्वेश्चन दे विच सानू 132 दिता होया है, इन्हां दोनों नूं असी बराबर कर लिया। इत्थों असी आर की वैल्यू कढ लांगे। बच्चों इस आर की जिहड़ी वैल्यू है असी एक इक्वेशन बना के उत्थों सॉल्व की है। ठीक है, 2 पाई आर 132 के बराबर हो गया। ठीक है, इनू मैं इत्थे अलग कर दिन्नी हाँ कि साडे कोल बन गया सीगा 2 पाई आर 132 के बराबर। ठीक है, 2 गुणा पाई की जगह ते 22/7, आर की जगह तो इदां ही रहन दो, असी आर की वैल्यू कढ़नी है। दूसरे पासे है 132। हुण तुसी जानते हो कि सिर्फ जदों असी आर नूं इधर रखना है, यह जिहड़ा 2 है तो 22 है, ये आर दे नाल गुणा होया है, इस करके उधर जाके भाग हो जाएगा, डिवाइड हो जाएगा। 2 गुणा 22 हेठां चल गया। ये जिहड़ा 7 सीगा ये की होया होया डिवाइड होया है, तो बराबर तो उधर जाके मल्टीप्लाई हो जाएगा। ठीक है बच्चों, ये सीगा स्टैप। हुण असी इनू कैंसल आउट कर लैंदे आ। हुण असी कैंसल करते हैं इनू कि ए देखो कट्टिया गया, ये साडे कोल आ गया 2 दे पहाड़े ते कट्टिया गया 11 दूना 22। ठीक है, और इत्थे बन गया साडे कोल 6 दूनी 12 ते 6 दूनी 12, 66 बन गया। हुण 11 छिका 66, ये फिर कैंसल होके 6 रह गया। हुण उपर साडे कोल की रह गया 6, उपर साडे कोल बचिया 6 गुणा 7 बटा 2, 2 नाल फिर कैंसल हो सकता। उपर हुण कितना बच गया 3 ते 7, 3 ते 7 नूं गुणा कीती आ गया 21 सेंटीमीटर। ये साडे कोल बच्चों आर की कीमत आ गई है। आर की कीमत आ गई साडे कोल 21 सेंटीमीटर। तो हुण असी वेलन का फॉर्मूला लगा लांगे। वेलन का फॉर्मूला आयतन कड्ढण का फॉर्मूला पाई आर स्केयर एच, जिथे आर उत्थे 21, क्योंकि आर की पावर 2 है, असी 2 वारी 21 गुणा 21 करांगे। पाई की जगह ते 22/7, एच सानू दिता सी क्वेश्चन दे विच 25। इन्हां सारियां टर्म्स नूं सॉल्व करके पहले सारिਆਂ नूं गुणा कर लियो, फिर 7 नाल भाग कर लियो। ये साडे कोल बन गया 34,650 घन मीटर। घन मीटर असी लगाने आ जदों आयतन दियां इकाई हुंदी है। ठीक है, ये आयतन की इकाई है क्यूबिक यूनिट्स। हुण क्वेश्चन दे विच ते सानू पुछया है किन्ने लीटर पानी आ सकता है, कि उस वेलणाकार बर्तन दे विच किन्ने लीटर पानी आ सकता है। इत्थे सानू घन सेंटीमीटर हैं, इन्हां नूं फिर असी बदल लवांगे लीटर दे विच। तुसी जानते हो कि जिहड़ा लीटर है, ठीक है, लीटर और सेंटीमीटर का आपस रिलेशन है कि जदों असी सेंटीमीटर नूं लीटर च कन्वर्ट करना है, घन सेंटीमीटर हैं, तो असी की करांगे 1000 दे नाल इनू डिवाइड कर देंगे। तो बच्चों 1000 दे नाल डिवाइड करके 3 अक्षर छड्ड के 3 डिजिट छड्ड के इस पॉइंट लग गया और साडे कोल आ गया 34.65 लीटर। ये सीगा साडा पहला क्वेश्चन, किन्ने लीटर पानी आ सकता है उस वेलणाकार बर्तन विच। ये आ सकता है 34.65 लीटर।
दूसरा क्वेश्चन करते हाँ। सैकेंड क्वेश्चन, सीसे लैड की एक पेंसिल लकड़ी के वेलन के अंदर ग्रेफाइट तो बने ठोस वेलन नूं पा के बनाई गई है। पेंसिल का व्यास 7 मिलीमीटर है अते ग्रेफाइट का व्यास 1 मिलीमीटर है। जेकर पेंसिल की लंबाई 14 सेंटीमीटर होवे तां लकड़ी अते ग्रेफाइट का आयतन पता करो। सानू इस क्वेश्चन दे विच किहड़ी-किहड़ी इंफॉर्मेशन दित्ती गई है। एक तां दिता गया पेंसिल का व्यास, इहदी सानू जरूरत पैनी है क्योंकि इत्थों असीं अर्ध व्यास कढ लांगे, आर की वैल्यू सानू पता लग जाएगी। उचाई सानू पहले ही पता है, ठीक है, तो असीं पेंसिल का आयतन आराम नाल कढ सकते हैं। लेकिन सानू क्वेश्चन दे विच लकड़ी ते ग्रेफाइट का आयतन पता करने वास्ते क्या है। पूरी पेंसिल जिहड़ी है लकड़ी ते ग्रेफाइट नूं मिला के बनी हुई है, तो असीं दोनों का ही आयतन पता करांगे। हुण असीं सॉल्व करते हैं क्वेश्चन नूं कि पेंसिल की लंबाई उही साडे कोल हो गई उचाई 14 सेंटीमीटर। पेंसिल का व्यास सानू दिता सीगा, बच्चों व्यास नूं असीं डी लिखते हैं, व्यास दिता सीगा 7 मिलीमीटर। इथों अर्ध व्यास कढ लैंदे आ, अर्ध व्यास आ गया 7/2, ये बन गया 3.5, 3.5 बन गया ना 7 का अर्ध करके। लेकिन उचाई हैगी है साडे कोल सेंटीमीटर विच, इस करके असीं आर भी जिहड़ा है वो सेंटीमीटर विच कढांगे। तुसीं जानते हो कि 1 सेंटीमीटर 10 मिलीमीटर के बराबर हुंदा है। इत्थों असीं यह भी कह सकते हैं कि 1 मिलीमीटर दे विच 1/10 सेंटीमीटर हुंदे ने, कह सकते हैं ना असीं। ते इत्थे असीं 3.5 नूं मिलीमीटर के सेंटीमीटर च बदलण वास्ते 10 नाल भाग कर दिता। इत्थों आर साडे कोल आ गया 0.35, पॉइंट जिहड़ा खब्बे पासे होर शिफ्ट हो गया, ये बन गया 0.35 सेंटीमीटर। हुण एच भी आ गया साडे कोल, आर भी आ गया, ये आ गया साडे कोल पेंसिल का अर्ध व्यास। हुण सानू चाहिदा है ग्रेफाइट का। ग्रेफाइट का जिहड़ा अर्ध व्यास है वो दिता सीगा, व्यास जिहड़ा सीगा वो सानू दिता सीगा 1 मिलीमीटर। उत्थों असीं अर्ध व्यास कढ लिया, एक का अद्धा कर लिया, एक का असीं अद्धा कर लिया, ये सीगे मिलीमीटर। सानू पर चाहिए सेंटीमीटर विच, असीं फिर 10 नाल होर भाग कर लिया, ठीक है, ये बन गया 1/20। 1/20 देखो या 1/2 जिहड़ा हुंदा बच्चों ये 0.5 के बराबर हुंदा है, ठीक है। एक बारी होर 10 असीं लगाना है, 0.5 के हेठां असीं होर 10 लगाया क्योंकि मिलीमीटर नूं सेंटीमीटर च बदलिया तो साडे कोल आ गया 0.05। इस करके इत्थे ग्रेफाइट का अर्ध व्यास आ गया 0.05 सेंटीमीटर। हुण असीं आयतन पता कर लांगे। वेलन का आयतन तुहानूं पता है पाई आर स्केयर एच हुंदा है। पाई की जगह ते 22/7, आर की जगह ते ग्रेफाइट का असीं कर रहे हैं तो ग्रेफाइट का अर्ध व्यास लगा देंगे 0.5 गुणा 0.5, 14 उचाई हैगी इहदी। इन्हां सारियां टर्म्स नूं सॉल्व करके साडे कोल ग्रेफाइट का आयतन आ गया 0.11 क्यूबिक सेंटीमीटर। सानू पर चाहिए लकड़ी का आयतन। यह स्टैप बड़ा इंपॉर्टेंट है। जे तो सीधा पेंसिल का आयतन पूछा होंदा तुसी पेंसिल का जिहड़ा अर्ध व्यास सीगा वो लगा देना सी सिंपल। इत्थे असीं पेंसिल का अर्ध व्यास कढ़िया सी ना 0.35, सीधा वो लगा देंदे तो साडे कोल पेंसिल का आयतन आ जाना सीगा। लेकिन हुण इत्थे सानू पूछा है लकड़ी का आयतन, मतलब कि जिहड़ी लकड़ी है जे असीं फ्रंट तो देखिए, मैं अलग पेज ते समझानी है तुहानूं। मैं फ्रंट वाली चीज़ बच्चों ये हैगी है साडे कोल एक पेंसिल, वेलणाकार पेंसिल। मैं ड्रॉ करके तुहानूं समझाउण दी कोशिश करदी हाँ। ये देखो एक पेंसिल है, हुण इहदे अंदर ब्लैक कलर का कोई ग्रेफाइट भी तो होएगा, वो भी वेलणाकार है, ठीक है। इन्हें मैं कुछ इस तरह का ड्रॉ कर दिन्नी हाँ। यह सारा हैगा साडे कोल ग्रेफाइट, पेंसिल दे अंदर वाला सिक्का। हुण असीं पता की करना है, सानू ना तो पेंसिल का आयतन चाहिए है ना ही ग्रेफाइट का आयतन चाहिए है। सानू तो बच्चों चाहिए है आ जिहड़ी साइड वाली चीज़ बची है, ये बची है साडे कोल लकड़ी, ठीक है। इस लकड़ी का आयतन पता करना है असीं। तो फिर लकड़ी का आयतन किहदे बराबर होएगा? पूरी पेंसिल के आयतन दे विचों
ਅਸੀਂ ਗ੍ਰੇਫਾਈਟ ਦਾ ਆਇਤਨ ਘਟਾ ਦੇਵਾਂਗੇ। ਇਸ ਲੱਕੜੀ ਦਾ ਆਇਤਨ, ਇਸ ਲੱਕੜੀ ਦਾ ਵੋਲਿਊਮ ਪਤਾ ਕਰਨਾ ਅਸੀਂ। ਤੇ ਕਿਵੇਂ ਪਤਾ ਕਰਾਂਗੇ? ਪੂਰੀ ਪੈਨਸਿਲ ਦੇ ਵੋਲਿਊਮ ਦੇ ਵਿੱਚੋਂ ਅਸੀਂ ਗ੍ਰੇਫਾਈਟ, ਪੈਨਸਿਲ ਦਾ ਵੋਲਿਊਮ, ਪੈਨਸਿਲ ਦਾ ਆਇਤਨ, ਉਹਦੇ ਵਿੱਚੋਂ ਅਸੀਂ ਗ੍ਰੇਫਾਈਟ ਦਾ ਆਇਤਨ ਮਾਈਨਸ ਕਰਾਂਗੇ। ਇਹ ਬਹੁਤ ਇੰਪੋਰਟੈਂਟ ਸਟੈਪ ਹੈ। ਪੈਨਸਿਲ ਦਾ ਆਇਤਨ ਤੁਸੀਂ ਜਾਣਦੇ ਹੋ πr²h। ਪੈਨਸਿਲ ਵੇਲੇ ਅਸੀਂ ਕੈਪੀਟਲ R ਲਿਖਿਆ ਸੀਗਾ, ਇਹ ਆ ਜਾਏਗਾ πr²h। ਗ੍ਰੇਫਾਈਟ ਦੇ ਵੇਲੇ ਅਰਧ ਵਿਆਸ ਨੂੰ ਅਸੀਂ ਸਮਾਲ r ਦੇ ਨਾਲ ਲਿਖ ਲੈਂਦੇ ਹਾਂ, ਠੀਕ ਹੈ, ਕਿਉਂਕਿ ਗ੍ਰੇਫਾਈਟ ਸੀਗਾ ਛੋਟਾ ਅਰਧ ਵਿਆਸ, ਉਹਨੂੰ ਅਸੀਂ ਛੋਟੇ r ਦੇ ਨਾਲ ਲਿਖ ਲਿਆ। ਹੁਣ ਦੋਨੋਂ ਟਰਮਸ ਦੇ ਵਿੱਚ πh ਤੇ πh ਕਾਮਨ ਨਿਕਲ ਗਿਆ, ਅੰਦਰ ਰਹਿ ਗਿਆ ਸਾਡੇ ਕੋਲ r², ਕੈਪੀਟਲ R² ਮਾਈਨਸ ਸਮਾਲ r²। ਬੱਚਿਓ ਇਹ ਸਭ ਤੋਂ ਇੰਪੋਰਟੈਂਟ ਸਟੈਪ ਹੈ ਇਸ ਕੁਐਸਚਨ ਦਾ। ਨਾ ਤਾਂ ਅਸੀਂ ਪੈਨਸਿਲ ਦਾ ਵੋਲਿਊਮ ਚਾਹੀਦਾ ਸਾਨੂੰ, ਨਾ ਤਾਂ ਗ੍ਰੇਫਾਈਟ ਦਾ, ਸਾਨੂੰ ਚਾਹੀਦਾ ਲੱਕੜੀ ਦਾ ਆਇਤਨ। ਉਹ ਅਸੀਂ ਕਰਾਂਗੇ ਪੈਨਸਿਲ ਦੇ ਆਇਤਨ ਵਿੱਚੋਂ ਗ੍ਰੇਫਾਈਟ ਦਾ ਆਇਤਨ ਮਾਈਨਸ ਕਰਾਂਗੇ। ਹੁਣ ਅਸੀਂ ਆਪਣੇ ਕੁਐਸਚਨ ਤੇ ਚੱਲਦੇ ਹਾਂ ਕਿ ਸਾਡਾ ਕੁਐਸਚਨ ਹੈ ਇਹ ਵਾਲਾ ਕਿ ਲੱਕੜੀ ਦਾ ਆਇਤਨ ਇਹਦੇ ਬਰਾਬਰ ਹੋ ਗਿਆ। ਇਹ ਬਹੁਤ ਇੰਪੋਰਟੈਂਟ ਸਟੈਪ ਹੈ। ਜਿੱਥੇ ਜਿੱਥੇ ਪਾਈ ਉੱਥੇ ਉੱਥੇ ਹੁਣ 22/7, ਜਿੱਥੇ ਕੈਪੀਟਲ R ਉੱਥੇ 0.35। ਹੁਣੇ ਅਸੀਂ ਵੈਲਿਊ ਕੱਢੀ ਸੀ ਨਾ ਪੈਨਸਿਲ ਦਾ ਅਰਧ ਵਿਆਸ। ਜਿੱਥੇ ਜਿੱਥੇ ਸਮਾਲ r ਹੈਗਾ ਉੱਥੇ 0.05 ਉਹਦਾ ਸਕੁਅਰ, ਠੀਕ ਹੈ, ਕਿਉਂਕਿ ਇਹ ਗ੍ਰੇਫਾਈਟ ਦਾ ਅਰਧ ਵਿਆਸ ਹੈਗਾ। 14 ਇਸ ਪੈਨਸਿਲ ਦੀ ਉਚਾਈ। ਹੁਣ ਇੱਕ ਹੋਰ ਸਟੈਪ ਹੈਗਾ ਜਿਹੜਾ ਬੜਾ ਇੰਪੋਰਟੈਂਟ ਹੈਗਾ, ਉਹ ਹੈਗਾ ਇਸ ਟਰਮ ਨੂੰ ਸੋਲਵ ਕਰਨਾ। ਹੁਣ ਧਿਆਨ ਨਾਲ ਦੇਖਿਓ ਇਹਦੇ 'ਚ ਕਿਹੜਾ ਫਾਰਮੂਲਾ ਅਪਲਾਈ ਹੋ ਰਿਹਾ, a² ਮਾਈਨਸ b²। ਪਹਿਲੀ ਟਰਮ a², ਦੂਸਰੀ ਟਰਮ b², ਔਰ ਇਹਦਾ ਫਾਰਮੂਲੇ ਦਾ ਆਨਸਰ ਕਿੰਨਾ ਹੁੰਦਾ ਹੈ? ਇੱਕ ਵਾਰੀ ਮਾਈਨਸ ਕਰ ਦਿਓ ਦੋਨੋਂ ਟਰਮਸ ਨੂੰ, ਇੱਕ ਵਾਰੀ ਪਲੱਸ ਕਰ ਦਿਓ। a ਮਾਈਨਸ b ਬ੍ਰੈਕਟ ਦੇ ਅੰਦਰ a ਪਲੱਸ b, ਇੱਕ ਵਾਰੀ ਮਾਈਨਸ ਕਰ ਲਿਆ, ਇੱਕ ਵਾਰੀ ਪਲੱਸ ਕਰ ਲਿਆ। 14 ਉਹਦੀ ਉਚਾਈ ਲਿਖਤੀ, 22/7 ਲਿਖਤੀ। ਅੰਦਰ ਵਾਲੀ ਟਰਮ ਮਾਈਨਸ ਕਰਕੇ ਆ ਗਿਆ 0.3, ਪਲੱਸ ਕਰਕੇ ਆ ਗਿਆ 0.4। ਇਹਨਾਂ ਚਾਰੋਂ ਟਰਮਸ ਨੂੰ ਕੈਲਕੂਲੇਟ ਕਰਕੇ ਆਇਤਨ ਆ ਗਿਆ ਸਾਡੇ ਕੋਲ 5.28 ਘਣ ਸੈਂਟੀਮੀਟਰ। ਲੱਕੜੀ ਦਾ ਆਇਤਨ ਬਣ ਗਿਆ 5.28 ਘਣ ਸੈਂਟੀਮੀਟਰ। ਹੁਣ ਅਸੀਂ ਇਸ ਪੈਸ ਦੇ ਕੁਐਸਚਨ ਸੋਲਵ ਕਰਦੇ ਹਾਂ। ਪਹਿਲਾ ਕੁਐਸਚਨ ਹੈ ਵੇਲਨ ਜਿਸ ਦਾ ਅਰਧ ਵਿਆਸ r ਹੈ ਅਤੇ ਉਚਾਈ h ਹੋਵੇ, ਉਸ ਦਾ ਆਇਤਨ ਕਿੰਨਾ ਹੋਵੇਗਾ? ਫਾਰਮੂਲਾ ਡਾਇਰੈਕਟ ਅਸੀਂ ਅਪਲਾਈ ਕਰਦੇ ਹਾਂ। ਇਹਨਾਂ ਚਾਰਾਂ ਦੇ ਵਿੱਚੋਂ ਫਾਰਮੂਲਾ ਲੱਭੋ ਕਿਹੜਾ ਹੈ ਵੇਲਨ ਦੇ ਆਇਤਨ ਦਾ। ਇਹ ਹੈ B ਆਪਸ਼ਨ, πr²h। ਅਗਲਾ ਕੁਐਸਚਨ ਕਰਦੇ ਹਾਂ ਵੇਲਨ ਦਾ ਆਇਤਨ 56 ਸੈਂਟੀਮੀਟਰ ਕਿਊਬ ਅਤੇ ਇਸ ਦੀ ਉਚਾਈ 15 ਸੈਂਟੀਮੀਟਰ ਹੋਵੇ ਤਾਂ ਇਸ ਦਾ ਅਰਧ ਵਿਆਸ ਪਤਾ ਕਰੋ। ਕਿਹੜੀ ਕਿਹੜੀ ਚੀਜ਼ ਦਿੱਤੀ ਹੈ ਸਾਨੂੰ? ਆਇਤਨ, ਵੋਲਿਊਮ ਪਹਿਲੇ ਦਿੱਤਾ ਹੈ 56 ਘਣ ਸੈਂਟੀਮੀਟਰ, h ਦਿੱਤਾ ਹੈ 11 ਸੈਂਟੀਮੀਟਰ, ਤੇ ਅਸੀਂ r ਪਤਾ ਕਰਨਾ ਹੈ। ਤੇ ਅਸੀਂ ਪਤਾ ਕਰ ਲੈਂਦੇ ਹਾਂ, ਫਾਰਮੂਲਾ ਲਗਾ ਦਿੰਦੇ ਹਾਂ। ਅਸੀਂ ਜਾਣਦੇ ਹਾਂ ਕਿ ਵੇਲਨ ਦਾ ਆਇਤਨ πr²h ਹੁੰਦਾ ਹੈ, ਲੇਕਿਨ ਕੁਐਸਚਨ ਦੇ ਵਿੱਚ ਪਹਿਲੇ ਸਾਨੂੰ 56 ਸੈਂਟੀਮੀਟਰ ਦਿੱਤਾ ਹੋਇਆ, ਇੱਥੋਂ ਇਕੁਏਸ਼ਨ ਬਣ ਗਈ r² ਦੀ ਅਸੀਂ ਵੈਲਿਊ ਫਾਈਂਡ ਆਊਟ ਕਰ ਲਾਂਗੇ। πr²h ਸੀਗਾ, ਇਹ ਬਣ ਗਿਆ ਸੀਗਾ 22/7 ਗੁਣਾ r², h ਦੀ ਜਗ੍ਹਾ ਤੇ 11। ਇਹ ਸਾਡੇ ਕੋਲ ਇਕੁਏਸ਼ਨ ਬਣ ਗਈ r ਦੀ ਫਾਰਮ ਦੇ ਵਿੱਚ। ਫਿਰ ਅਸੀਂ ਕੀ ਕੀਤਾ, r² ਨੂੰ ਇੱਧਰ ਰਹਿਣ ਦਿੱਤਾ ਬਰਾਬਰ ਤੋਂ, ਬਾਕੀ ਸਾਰੀਆਂ ਟਰਮਸ ਨੂੰ ਉੱਧਰ ਲੈ ਗਏ। 56 ਪਹਿਲੇ ਹੀ ਉੱਥੇ ਸੀਗਾ, 7 ਜਿਹੜਾ ਥੱਲੇ ਡਿਵਾਈਡ ਹੋਇਆ ਉੱਧਰ ਜਾ ਕੇ ਗੁਣਾ ਹੋ ਜਾਏਗਾ, 22 ਵੀ ਮਲਟੀਪਲਾਈ ਹੋਇਆ ਉੱਧਰ ਜਾ ਕੇ ਡਿਵਾਈਡ ਹੋ ਗਿਆ, 11 ਵੀ ਮਲਟੀਪਲਾਈ ਹੋਇਆ r ਦੇ ਨਾਲ ਉੱਧਰ ਜਾ ਕੇ ਡਿਵਾਈਡ ਹੋ ਗਿਆ। ਹੁਣ ਇਹਨੂੰ ਸੋਲਵ ਕਰ ਲਓ। ਵਰਗ ਹੈਗਾ r ਦੀ ਪਾਵਰ 2 ਹੈਗਾ, ਤੇ ਇੱਧਰ ਅਸੀਂ ਵਰਗ ਬਣਾ ਲੈਂਦੇ ਹਾਂ। ਕਿਵੇਂ? 2 ਦੇ ਪਹਾੜੇ ਨਾਲ ਕੱਟਿਆ ਗਿਆ ਏ 11, ਹੇਠਾਂ ਤੇ ਬਣ ਗਿਆ 11 ਗੁਣਾ 11, ਉੱਪਰ ਦੇਖੋ 28 ਗੁਣਾ 7, 28 ਗੁਣਾ 7। ਕੀ ਮੈਨੂੰ 14 ਗੁਣਾ 2 ਲਿਖ ਸਕਦੀ ਹਾਂ? 14 ਗੁਣਾ 2, 28 ਨੂੰ ਮੈਂ ਕਿੱਦਾਂ ਲਿਖ ਦਿੱਤਾ? 14 ਗੁਣਾ 2, 7 ਇੱਥੇ ਪਹਿਲੇ ਹੀ ਹੈਗਾ, ਤਾਂ ਕਿ ਮੈਂ ਇੱਥੇ
ਉੱਪਰ ਵੀ ਕੁਛ ਨਾ ਕੁਛ ਇਕੁਅਲ ਟਰਮਸ ਲੈਵਾਂ। 14 ਪਹਿਲੇ ਹੈਗਾ, ਉਹਨੂੰ ਇਦਾਂ ਹੀ ਲਿਖ ਲਓ 7 दूनी 14 हो गया ना। ਹੁਣ ਉੱਪਰ 14 ਗੁਣਾ 14, ਹੇਠਾਂ ਆ ਗਿਆ 11 ਗੁਣਾ 11। ਠੀਕ ਹੈ, ਜਦੋਂ ਇਸ ਤਰ੍ਹਾਂ ਹੋਵੇ ਤੇ ਫਿਰ ਅਸੀਂ ਕੀ ਕਰ ਲੈਂਦੇ ਹਾਂ, ਦੂਸਰੇ ਪਾਸੇ ਸਾਰੇ ਦਾ ਅਸੀਂ ਅੰਡਰ ਰੂਟ 'ਚ ਲੈ ਆਉਂਦੇ ਹਾਂ। ਤੇ ਇਹ ਸਾਰਾ ਆ ਗਿਆ ਸਾਡੇ ਕੋਲ ਅੰਡਰ ਰੂਟ ਦੇ ਵਿੱਚ। 14/11 ਪਾਵਰ 2 ਵੀ ਲਿਖ ਦਿੰਦੇ ਹਾਂ। ਠੀਕ ਹੈ, ਸਕੇਅਰ रूट ਤੇ ਸਕੇਅਰ ਕੈਂਸਲ ਹੋ ਗਏ। ਆਰ ਦੀ ਵੈਲਿਊ ਬਣ ਗਈ 14/11 ਸੈਂਟੀਮੀਟਰ। ਹੁਣ ਆਪਸ਼ਨ ਚੈੱਕ ਕਰੀਏ, ਕਿੱਥੇ ਹੈਗਾ 14/11? ਇਹ ਹੈਗਾ ਸੀ ਆਪਸ਼ਨ। ਇਹ ਹੋਏਗਾ ਇਸ ਦਾ ਸਹੀ ਜਵਾਬ ਕਿ ਵੇਲਣ ਦਾ ਆਇਤਨ ਦਿੱਤਾ ਹੈ, ਉਚਾਈ ਦਿੱਤੀ ਹੈ, ਅਰਧ ਵਿਆਸ ਆ ਗਿਆ 14/11 ਸੈਂਟੀਮੀਟਰ। ਬੱਚਿਓ, ਇਹ ਸੀਗੀ ਸਾਡੀ ਅਸਾਈਨਮੈਂਟ ਦੇ ਕੁਐਸਚਨਸ। These math assignments are prepared by Padho Punjab Padhao Punjab Math Team Gurdaspur under the supervision of our district mentor Mr. Gurnaam Singh. And this lecture is presented by me, Sapandeep Kaur, Math Mistress, Government High School Lehal, Block Dhariwal 1, District Gurdaspur. Thank you so much.